हाँ जी, ਸਾਇੰਸ ਦੀ ਇਹ ਆਪਣੀ ਅੱਜ ਚੌਥੀ ਕਲਾਸ ਹੈ। ਇਸ ਤੋਂ ਪਹਿਲਾਂ ਆਪਣੀਆਂ 3 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਹਨ ਤਾਂ ਉਹ ਜ਼ਰੂਰ ਦੇਖ ਲਓ। ਸੈਕੰਡ ਈਅਰ ਦੀ ਸਾਇੰਸ ਦੀ ਪੈਡਾਗੋਗੀ ਆਫ ਸਾਇੰਸ ਐਜੂਕੇਸ਼ਨ ਦੀ 4th ਕਲਾਸ ਹੈ। ਸ਼ੁਰੂ ਕਰਦੇ ਹਾਂ ਜੀ ਆਪਾਂ ਇਹ ਕਲਾਸ। ਪਹਿਲੀ ਯੂਨਿਟ ਦੀ ਤੁਹਾਨੂੰ ਕਿਹਾ ਹੀ ਸੀ 3 ਤੋਂ ਲੈ ਕੇ 7 ਕਲਾਸਾਂ ਪਹਿਲੀ ਯੂਨਿਟ ਵਿੱਚ ਕਵਰ ਹੋਣਗੀਆਂ। 3 ਤੋਂ ਲੈ ਕੇ 7 ਕਲਾਸਾਂ ਵਿੱਚ ਪਹਿਲੀ ਯੂਨਿਟ ਕਵਰ ਕਰਾ ਦਿੱਤੀ ਜਾਵੇਗੀ ਤੁਹਾਡੀ। ਪਿਛਲੀ ਵੀਡੀਓ ਵਿੱਚ ਆਪਾਂ ਤੀਸਰੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਵਿਗਿਆਨ ਅਰਥ ਅਤੇ ਪ੍ਰਕਿਰਤੀ ਬਾਰੇ। ਵਿਗਿਆਨ ਅਰਥ ਅਤੇ ਪ੍ਰਕਿਰਤੀ ਬਾਰੇ ਗੱਲ ਕੀਤੀ ਸੀ 3rd ਵੀਡੀਓ 'ਚ। ਅੱਜ ਆਪਾਂ 4th ਵੀਡੀਓ ਵਿੱਚ ਇਹ ਕਰਾਂਗੇ ਅਸੀਂ ਵਿਗਿਆਨ ਕਿਉਂ ਪੜ੍ਹਾਉਂਦੇ ਹਾਂ। ਵਾਈ ਡੂ ਵੀ ਟੀਚ ਸਾਇੰਸ। ਵਿਗਿਆਨ ਪੜ੍ਹਾਉਣ ਦੇ ਉਦੇਸ਼ ਏਮਜ਼ ਆਫ ਟੀਚਿੰਗ ਸਾਇੰਸ, ਇਹ ਆਪਾਂ ਹੀ ਕਰਾਂਗੇ ਅੱਜ। ਅਤੇ ਉਸ ਤੋਂ ਬਾਅਦ ਆਪਾਂ ਅਗਲੀਆਂ ਵੀਡੀਓ ਵਿੱਚ ਵੀ ਇਹ ਕਰਾਂਗੇ। 5th ਵੀਡੀਓ ਵਿੱਚ ਇਹ ਕਰਾਂਗੇ, 6th 'ਚ ਇਹ ਕਰਾਂਗੇ ਅਤੇ 7th ਵਿੱਚ ਇਹ ਕਰਾਂਗੇ ਜੀ। ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਟੋਪਿਕ। ਅਸੀਂ ਵਿਗਿਆਨ ਕਿਉਂ ਪੜ੍ਹਾਉਂਦੇ ਹਾਂ। ਕਲਾਸ 4th ਵਿੱਚ ਵਿਗਿਆਨ ਕਿਉਂ ਪੜ੍ਹਾਉਂਦੇ ਹਾਂ। ਵਿਗਿਆਨ ਪੜ੍ਹਾਉਣ ਦੇ ਉਦੇਸ਼ ਕੀ ਹਨ। ਏਮਜ਼ ਆਫ ਟੀਚਿੰਗ ਸਾਇੰਸ। ਕੱਲ੍ਹ ਹੀ ਵਿਗਿਆਨ ਦਾ ਅਰਥ ਅਤੇ ਵਿਗਿਆਨ ਦੀ ਪ੍ਰਕਿਰਤੀ ਬਾਰੇ ਦੱਸਿਆ ਗਿਆ ਸੀ। ਉਸ ਦਾ ਵੀ 10 ਨੰਬਰ ਦਾ ਕੁਐਸਚਨ ਬਣਦਾ ਸੀ ਅਤੇ ਇਸ ਦਾ ਵੀ 10 ਨੰਬਰ ਦਾ ਕੁਐਸਚਨ ਬਣ ਸਕਦਾ ਜੀ। ਜਿਵੇਂ ਇਹ ਲਿਖ ਸਕਦੇ ਹਨ ਕੁਐਸਚਨ, ਵਿਗਿਆਨ ਦਾ ਅਰਥ ਕੀ ਹੈ ਤਾਂ ਵਿਗਿਆਨ ਪੜ੍ਹਾਉਣ ਦੇ ਉਦੇਸ਼ ਦੱਸੋ। ਇਸ ਨੂੰ 10 ਨੰਬਰ ਵਿੱਚ ਇਹ ਕੁਐਸਚਨ ਬਣਾ ਸਕਦੇ ਹਨ, ਜਾਂ ਫਿਰ 3 ਨੰਬਰ ਵਿੱਚ ਸਿੰਪਲ ਵਿਗਿਆਨ ਪੜ੍ਹਾਉਣ ਦੇ ਉਦੇਸ਼ ਕੀ ਹਨ। 2 ਕੁਐਸਚਨ ਇੱਥੋਂ ਬਣ ਸਕਦੇ ਹਨ, 3 ਨੰਬਰ ਦਾ ਵੀ ਔਰ 10 ਨੰਬਰ ਦਾ ਵੀ। ਸ਼ੁਰੂ ਕਰਦੇ ਹਾਂ ਜੀ। ਕਹਿੰਦੇ ਸਿੱਖਿਆ ਤਿੰਨ ਪੱਖੀ ਅਮਲ ਹੈ। 3 ਪੱਖੀ ਅਮਲ ਹੈ, ਮਤਲਬ 3 ਜਣਿਆਂ ਵਾਲਾ ਕੰਮ ਹੈ। ਇਹ 3 ਪੱਖ ਹਨ ਸਿਖਿਆਰਥੀ, ਲਰਨਿੰਗ ਜੋ ਆਪਾਂ ਸਿੱਖਦੇ ਹਾਂ, ਜੋ ਸਿਖਿਆਰਥੀ ਹਨ, ਵਾਤਾਵਰਨ ਇਨਵਾਇਰਮੈਂਟ ਅਤੇ ਉਦੇਸ਼ ਏਮਜ਼ ਕੀ ਉਦੇਸ਼ ਕੀ ਹਨ। ਡਬਲਯੂ ਪੋਹਲੀ ਅਨੁਸਾਰ ਵਿਗਿਆਨ ਸਿੱਖਣ ਦਾ ਉਦੇਸ਼ ਗਿਆਨ ਪ੍ਰਾਪਤੀ ਨਾ ਹੋ ਕੇ ਉਸ ਸੰਬੰਧ ਨੂੰ ਸਮਝਣ ਤੋਂ ਹੈ ਜੋ ਉੱਤਰ ਨੂੰ ਪ੍ਰਸ਼ਨ ਨਾਲ ਜੋੜਦੀ ਹੈ। ਪੋਹਲੀ ਦੇ ਅਨੁਸਾਰ ਹੀ ਵਿਗਿਆਨ ਸਿੱਖਣ ਦਾ ਉਦੇਸ਼ ਹੈਗਾ ਗਿਆਨ ਪ੍ਰਾਪਤੀ ਨਾ ਹੋ ਕੇ, ਕਹਿੰਦੇ ਗਿਆਨ ਦੀ ਪ੍ਰਾਪਤੀ ਨਾ ਹੋ ਕੇ ਉਸ ਸੰਬੰਧ ਨੂੰ ਸਮਝਣ ਤੋਂ ਹੈ ਜੋ ਕਿ ਉੱਤਰ ਨੂੰ ਪ੍ਰਸ਼ਨ ਨਾਲ ਜੋੜਦੀ ਹੈ। ਉਦੇਸ਼ ਪਾਠਕ੍ਰਮ ਨੂੰ ਸੰਗਠਨ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ ਅਤੇ ਅਧਿਆਪਨ ਵਿਧੀ ਚੁਣਨ ਲਈ ਮਾਰਗਦਰਸ਼ਨ ਹੁੰਦੇ ਹਨ। ਵਿਗਿਆਨ ਪਾਠਕ੍ਰਮ ਦੇ ਵਿਕਾਸ ਲਈ ਵਿਗਿਆਨਿਕ ਸਿੱਖਿਆ ਦੇ ਉਦੇਸ਼ ਸਮਝਣਾ ਜ਼ਰੂਰੀ ਹੈ। ਕੋਈ ਵੀ ਚੀਜ਼ ਹੈ ਜੀ, ਹਰ ਬੰਦੇ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਐਵੇਂ ਹੀ ਹਰੇਕ ਸਬਜੈਕਟ ਦਾ ਵੀ ਉਦੇਸ਼ ਹੁੰਦਾ। ਆਪਾਂ ਉਹ ਸਬਜੈਕਟ ਕਿਉਂ ਬੱਚਿਆਂ ਨੂੰ ਪੜ੍ਹਾਉਣੇ ਆ, ਇਹ ਬੱਚਿਆਂ ਨੂੰ ਕਿਸ ਚੀਜ਼ ਦੀ ਸਿੱਖਿਆ ਵੱਲ ਆਪਾਂ ਲੈ ਕੇ ਜਾਣਾ ਹੈ, ਤਾਂ ਹੀ ਆਪਾਂ ਉਹ ਸਬਜੈਕਟ ਉਹ ਬੱਚਿਆਂ ਨੂੰ ਪੜ੍ਹਾਉਣੇ ਆ। ਤਾਂ ਵਿਗਿਆਨ ਦੇ ਅੱਜ ਆਪਾਂ ਉਦੇਸ਼ ਕਰਾਂਗੇ ਜੀ। ਪਹਿਲਾਂ ਇਹ 3 ਪੱਖੀ ਅਮਲ ਹੈ, ਸਿਖਿਆਰਥੀ ਹੁੰਦਾ, ਵਾਤਾਵਰਨ ਹੁੰਦਾ, ਉਦੇਸ਼ ਹੁੰਦੇ ਹਨ। ਫਿਰ ਪੋਹਲੀ ਅਨੁਸਾਰ ਕਿਹਾ ਜੀ ਵਿਗਿਆਨ ਸਿੱਖਣ ਦਾ ਉਦੇਸ਼ ਗਿਆਨ ਪ੍ਰਾਪਤੀ ਨਾ ਹੋ ਕੇ ਉਸ ਸੰਬੰਧ ਨੂੰ ਸਮਝਣ ਤੋਂ ਹੈ ਜੋ ਕਿ ਉੱਤਰ ਨੂੰ ਪ੍ਰਸ਼ਨ ਨਾਲ ਜੋੜਦੀ ਹੈ। ਉਦੇਸ਼ ਪਾਠਕ੍ਰਮ ਨੂੰ ਸੰਗਠਨ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ। ਅਧਿਆਪਨ ਵਿਧੀ ਚੁਣਨ ਲਈ ਮਾਰਗਦਰਸ਼ਨ ਹੁੰਦੇ ਹਨ। ਵਿਗਿਆਨ ਪਾਠਕ੍ਰਮ ਦੇ ਵਿਕਾਸ ਲਈ ਵਿਗਿਆਨਿਕ ਸਿੱਖਿਆ ਦੇ ਉਦੇਸ਼ ਸਮਝਣਾ ਜ਼ਰੂਰੀ ਹੈ। ਉਦੇਸ਼ ਚੁਣਨ ਦੇ ਆਧਾਰ। ਉਦੇਸ਼ ਚੁਣਨ ਦਾ ਆਧਾਰ ਕੀ ਹੁੰਦਾ ਜੀ। ਵਿਸ਼ੇ ਦੇ ਉਦੇਸ਼ ਸਮਾਜ, ਵਿਸ਼ੇ ਦੀ ਪ੍ਰਕਿਰਤੀ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਨਿਰਧਾਰਿਤ ਕੀਤੇ ਜਾਂਦੇ ਨੇ। 3 ਚੀਜ਼ਾਂ ਹੀ, ਸਮਾਜ ਬਾਰੇ ਦੇਖ ਕੇ, ਵਿਸ਼ੇ ਦੀ ਪ੍ਰਕਿਰਤੀ ਕੀ ਹੈ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਕਿਸ ਤਰ੍ਹਾਂ ਦੀਆਂ ਨੇ ਉਸ ਨੂੰ ਦੇਖ ਕੇ ਉਹਨਾਂ ਦੇ ਉਦੇਸ਼ ਨਿਰਧਾਰਨ ਕੀਤੇ ਜਾਂਦੇ ਨੇ ਵਿਸ਼ੇ ਦੇ। ਚੰਗਾ ਉਦੇਸ਼ ਕਿਵੇਂ ਹੁੰਦਾ ਜੀ। ਸਿੱਖਿਆ ਦੇ ਉਦੇਸ਼ ਦੇ ਅਨੁਕੂਲ ਹੋਣਾ, ਵਿਸ਼ੇਸ਼ ਜਾਂ ਸਪਸ਼ਟ ਅਤੇ ਸਹੀ ਪਰਿਭਾਸ਼ਿਤ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਲਈ ਫਾਇਦੇਮੰਦ ਹੋਣਾ ਚਾਹੀਦਾ ਹੈ। ਸੰਭਵ ਅਤੇ ਪ੍ਰਾਪਤੀਯੋਗ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਪਿਛੋਕੜ ਅਤੇ ਮਾਨਸਿਕ ਪੱਧਰ ਅਨੁਸਾਰ ਹੋਣਾ ਚਾਹੀਦਾ ਹੈ। ਵਿਗਿਆਨ ਸਿੱਖਿਆ ਦਾ ਆਧਾਰ ਦੇਸ਼ ਅਤੇ ਵਿਦਿਆਰਥੀ ਦੇ ਫਾਇਦੇ ਤੋਂ ਹੈ। ਜਿੱਥੇ ਵਿਗਿਆਨ ਮਨੁੱਖ ਦੇ ਮਨ ਵਿੱਚ ਉੱਠਦੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਸਮਝਣ ਵਿੱਚ ਸਹਾਇਕ ਹੁੰਦਾ ਹੈ, ਉੱਥੇ ਦੂਸਰੇ ਵਿਸ਼ਿਆਂ ਵਿੱਚ ਵੀ ਮਦਦਗਾਰ ਹੁੰਦਾ ਹੈ ਜੀ। ਵਿਗਿਆਨ ਸਿੱਖਿਆ ਦਾ ਆਧਾਰ ਦੇਸ਼ ਅਤੇ ਵਿਦਿਆਰਥੀ ਦੇ ਫਾਇਦੇ ਤੋਂ ਹੈ। ਜਿੱਥੇ ਵਿਗਿਆਨ ਮਨੁੱਖ ਦੇ ਮਨ ਵਿੱਚ ਉੱਠਦੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਸਮਝਣ ਵਿੱਚ ਸਹਾਇਕ ਹੁੰਦਾ ਹੈ, ਉੱਥੇ ਦੂਸਰੇ ਵਿਸ਼ਿਆਂ ਵਿੱਚ ਵੀ ਇਹ ਮਦਦਗਾਰ ਹੁੰਦਾ ਹੈ। ਸਾਇੰਸ ਦੀਆਂ ਖੋਜਾਂ ਕਾਰਨ ਪੂਰੇ ਵਿਸ਼ੇ ਵਿੱਚ ਸਾਡਾ ਜੀਵਨ ਆਸਾਨ ਹੋ ਗਿਆ ਹੈ। ਵਿਗਿਆਨ ਹੱਦਾਂ ਤੋਂ ਬਾਹਰ ਹੈ ਅਤੇ ਵਿਦਿਆਰਥੀ ਦੇ ਮਨ 'ਤੇ ਇਸ ਦਾ ਡੂੰਘਾ ਪ੍ਰਭਾਵ ਹੈ। ਵਿਗਿਆਨ ਦੀ ਸਹੀ ਸਿੱਖਿਆ ਉਹ ਹੈ ਜਿਹੜੀ ਸਿਖਿਆਰਥੀ ਜ਼ਿੰਦਗੀ ਅਤੇ ਵਿਗਿਆਨ ਪ੍ਰਤੀ ਸੱਚੀ ਅਤੇ ਸੁਹਿਰਦ ਅਤੇ ਇਮਾਨਦਾਰ ਹੋਵੇ। NCF 2005 ਅਤੇ ਵਿਗਿਆਨ ਅਧਿਆਪਨ ਪੋਜੀਸ਼ਨ ਪੇਪਰ 2006 ਅਨੁਸਾਰ ਵਿਗਿਆਨ ਅਧਿਆਪਨ ਦੇ ਉਦੇਸ਼ ਹੇਠ ਲਿਖੇ ਅਨੁਸਾਰ ਹਨ। ਇਹ ਉਦੇਸ਼ ਆ ਗਿਆ ਨਹੀਂ। ਪਹਿਲਾ ਹੈਗਾ ਗਿਆਨ, ਨੌਲੇਜ। ਮਨੁੱਖ ਆਦਿ ਕਾਲ ਤੋਂ ਹੀ ਆਪਣੇ ਵਾਤਾਵਰਨ ਅਤੇ ਬ੍ਰਹਿਮੰਡ ਨਾਲ ਜੁੜੀਆਂ ਹੋਈਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਜਾਣਨ ਲਈ ਉਤਸੁਕ ਰਿਹਾ ਹੈ ਅਤੇ ਹਜੇ ਵੀ ਉਤਸੁਕ ਹੈ ਜੀ। ਨਵੀਆਂ ਜੋ ਵੀ ਆਪਾਂ ਜਾਣਨ ਬਾਰੇ
ਉਤਸੁਕ ਰਹਿੰਦੇ ਹਾਂ, ਤਤਪਰ ਰਹਿੰਦੇ ਹਾਂ। ਮਨੁੱਖ ਦੀ ਇਸ ਉਤਕਸ਼ਤਾ ਨੇ ਹੀ ਅਧਿਆਉਣਿਕ ਵਿਗਿਆਨ ਦਾ ਮੁੱਢ ਬੰਨ੍ਹਿਆ ਹੈ। ਕੁਦਰਤੀ ਘਟਨਾਵਾਂ ਅਤੇ ਵਰਤਾਰਿਆਂ ਪਿੱਛੇ ਜ਼ਿੰਮੇਵਾਰ ਕਾਰਨਾਂ, ਨਿਯਮਾਂ, ਉਹਨਾਂ ਨਾਲ ਜੁੜੇ ਹੋਏ ਸੰਕਲਪਾਂ ਦੇ ਗਿਆਨ ਦਾ ਨਿਰਮਾਣ ਕਰਨਾ ਅਤੇ ਸਿਖਿਆਰਥੀ ਨੂੰ ਸਮਝਣ ਦੇ ਯੋਗ ਬਣਾਉਣਾ ਵਿਗਿਆਨ ਦਾ ਮੁੱਢਲਾ ਉਦੇਸ਼ ਹੈ। ਹਾਂਜੀ, ਗਿਆਨ ਮਤਲਬ ਕੁਦਰਤੀ ਘਟਨਾਵਾਂ ਅਤੇ ਵਰਤਾਰਿਆਂ ਪਿੱਛੇ ਜ਼ਿੰਮੇਵਾਰ ਜੋ ਕਾਰਨ ਹਨ, ਨਿਯਮ ਹਨ, ਉਹਨਾਂ ਦੇ ਗਿਆਨ ਦਾ ਨਿਰਮਾਣ ਕਰਨਾ ਅਤੇ ਸਿਖਿਆਰਥੀ ਨੂੰ ਇਹਨਾਂ ਨੂੰ ਸਮਝਣ ਦੇ ਯੋਗ ਬਣਾਉਣਾ ਵਿਗਿਆਨ ਦਾ ਮੁੱਢਲਾ ਉਦੇਸ਼ ਹੈ। ਸੋ ਵਿਗਿਆਨ ਦਾ ਮੁੱਢਲਾ ਉਦੇਸ਼ ਬੱਚਿਆਂ ਨੂੰ ਵਿਗਿਆਨਿਕ ਨਿਯਮਾਂ, ਸੰਕਲਪਾਂ, ਸ਼ਬਦਾਵਲੀ ਅਤੇ ਵਰਤਾਰਿਆਂ ਦਾ ਆਦਿ ਦਾ ਗਿਆਨ ਦੇਣਾ ਹੈ, ਤਾਂ ਜੋ ਕੁਦਰਤ ਦੇ ਅਣਜਾਣੇ ਤੱਥਾਂ ਨੂੰ ਜਾਣ ਸਕਣ ਅਤੇ ਆਪਣੇ ਗਿਆਨ ਦਾ ਨਿਰਮਾਣ ਖੁਦ ਕਰਨ ਦੇ ਯੋਗ ਬਣ ਸਕਣ। ਪ੍ਰਕਿਰਿਆ ਹੁਨਰਾਂ ਦਾ ਵਿਕਾਸ। ਵਿਗਿਆਨ ਸਿੱਖਿਆ ਦੇ ਦੋ ਅਹਿਮ ਪੱਖ ਹਨ, ਪ੍ਰਕਿਰਿਆ ਅਤੇ ਸਿੱਟਾ। ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਉਸ ਪ੍ਰਕਿਰਿਆ ਨਾਲ ਕੁਝ ਹੁਨਰ ਜੁੜੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਦੁਆਰਾ ਅਸੀਂ ਸਿੱਟੇ 'ਤੇ ਪਹੁੰਚ ਸਕਦੇ ਹਾਂ। ਇਹ ਹੁਨਰ ਹੇਠ ਲਿਖੇ ਅਨੁਸਾਰ ਹਨ: ਪਰੀਖਣ, ਵਰਗੀਕਰਨ, ਪਰਿਕਲਪਨਾ ਬਣਾਉਣਾ, ਪ੍ਰਸ਼ਨ ਉਠਾਉਣਾ, ਵਿਸ਼ਲੇਸ਼ਣ ਕਰਨਾ, ਸਿੱਟੇ ਕੱਢਣਾ, ਸੰਚਾਰ ਕਰਨਾ। ਹਾਂਜੀ, ਸੈਕਿੰਡ ਪੁਆਇੰਟ ਵਿੱਚ ਇਹਨਾਂ ਨੇ ਕਿਹਾ ਪ੍ਰਕਿਰਿਆ ਦਾ ਹੁਨਰ। ਕਹਿੰਦੇ ਵਿਗਿਆਨ ਸਿੱਖਿਆ ਦੇ ਦੋ ਅਹਿਮ ਪੱਖ ਹਨ, ਪ੍ਰਕਿਰਿਆ ਅਤੇ ਸਿੱਟਾ। ਇੱਕ ਤਾਂ ਪ੍ਰਕਿਰਿਆ ਅਤੇ ਲਾਸਟ 'ਤੇ ਜੋ ਇਹਦਾ ਹੀ ਸਿੱਟਾ ਨਿਕਲਦਾ ਹੈ। ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਉਸ ਪ੍ਰਕਿਰਿਆ ਨਾਲ ਕੁਝ ਹੁਨਰ ਜੁੜੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਸਿੱਟਾ 'ਤੇ ਪਹੁੰਚਣ ਲਈ ਕਰ ਸਕਦੇ ਹਾਂ। ਇਹ ਵੇਖ ਲਓ ਕਿਹੜੇ ਕਿਹੜੇ ਹੁਨਰ ਆ। ਪਹਿਲਾਂ ਪਰੀਖਣ ਕਰਦੇ ਜੀ, ਫਿਰ ਉਹਨਾਂ ਦਾ ਵਰਗੀਕਰਨ ਕਰਦੇ ਆ, ਪਰਿਕਲਪਨਾ ਬਣਾਉਂਦੇ ਆ, ਪ੍ਰਸ਼ਨ ਉਠਾਉਂਦੇ ਆ, ਵਿਸ਼ਲੇਸ਼ਣ ਕਰਦੇ ਆ, ਸਿੱਟੇ ਕੱਢਦੇ ਆ, ਸੰਚਾਰ ਕਰਦੇ ਆ। ਇਹ 6 ਹੈਗੇ ਜੀ ਇਹਦੇ। ਇਸ ਤੋਂ ਇਲਾਵਾ ਪ੍ਰਯੋਗੀ ਉਪਕਰਨਾਂ ਦੀ ਵਰਤੋਂ, ਸਾਂਭ ਸੰਭਾਲ ਅਤੇ ਨਿਰਮਾਣ ਨਾਲ ਜੁੜੇ ਹੋਏ ਕੁਝ ਦੂਸਰੇ ਹੁਨਰ ਵੀ ਪ੍ਰਕਿਰਿਆ ਹੁਨਰਾਂ ਵਿੱਚ ਸ਼ਾਮਲ ਹਨ। ਐਲੀਮੈਂਟਰੀ ਪੱਧਰ ਉੱਤੇ ਸਿੱਟੇ ਨਾਲੋਂ ਪ੍ਰਕਿਰਿਆ ਵੱਧ ਮਹੱਤਵ ਰੱਖਦੀ ਹੈ ਅਤੇ ਪ੍ਰਕਿਰਿਆ ਦਾ ਸਹੀ ਰੂਪ ਵਿੱਚ ਸਿਰੇ ਚੜ੍ਹਨਾ ਉਪਰੋਕਤ ਹੁਨਰਾਂ ਉੱਤੇ ਨਿਰਭਰ ਕਰਦਾ ਹੈ। ਸੋ ਇਹਨਾਂ ਹੁਨਰਾਂ ਦਾ ਵਿਕਾਸ ਕਰਨਾ ਵਿਗਿਆਨ ਅਧਿਆਪਨ ਦਾ ਉਦੇਸ਼ ਹੈ। ਠੀਕ ਹੈ ਜੀ। ਇਹ ਕਹਿੰਦੇ ਜੋ ਸਿੱਟਾ ਹੈ ਉਸ ਤੋਂ ਜ਼ਿਆਦਾ ਪ੍ਰਕਿਰਿਆ ਮਹੱਤਵ ਰੱਖਦੀ ਹੈ। ਪ੍ਰਕਿਰਿਆ ਹੁਨਰਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ ਇਹਦੇ ਵਿੱਚ। ਇਹ ਕਹਿੰਦੇ ਆ ਵਿਗਿਆਨ ਦ੍ਰਿਸ਼ਟੀਕੋਣ ਦਾ ਵਿਕਾਸ। ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਵਿਗਿਆਨ ਸਿੱਖਿਆ ਦਾ ਬਹੁਤ ਹੀ ਮਹੱਤਵਪੂਰਨ ਉਦੇਸ਼ ਹੈ। ਵਾਤਾਵਰਨ ਸਮੇਂ ਇਸ ਦੀ ਲੋੜ ਪਹਿਲਾਂ ਨਾਲੋਂ ਵੀ ਵੱਧ ਹੋ ਗਈ ਹੈ। ਸੋ ਇੱਕ ਅਧਿਆਪਕ ਲਈ ਇਸ ਦਾ ਅਰਥ, ਮਹੱਤਵ ਅਤੇ ਵਿਕਾਸ ਦੀ ਪ੍ਰਕਿਰਿਆ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। NSS 1960 ਦੇ ਅਨੁਸਾਰ ਵਿਗਿਆਨਿਕ ਦ੍ਰਿਸ਼ਟੀਕੋਣ ਵਿੱਚ ਖੁੱਲ੍ਹਦਿਲੀ, ਸਹੀ ਗਿਆਨ ਪ੍ਰਾਪਤੀ ਦੀ ਇੱਛਾ, ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਵਿਸ਼ਵਾਸ ਅਤੇ ਇਹ ਆਸ ਕਿ ਕਿਸੇ ਸਮੱਸਿਆ ਦਾ ਹੱਲ ਨਿਰੀਖਤ ਗਿਆਨ ਦੀ ਵਰਤੋਂ ਨਾਲ ਹੀ ਹੋ ਸਕਦਾ ਸ਼ਾਮਲ ਹਨ। ਇੱਕ ਹੋਰ ਪਰਿਭਾਸ਼ਾ ਅਨੁਸਾਰ ਵਿਗਿਆਨਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਅਕਤੀ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ: ਉਦਾਰਚਿਤ ਹੁੰਦਾ ਜੀ, ਪ੍ਰਗਤੀਸ਼ੀਲ ਹੁੰਦਾ, ਬੌਧਿਕ ਇਮਾਨਦਾਰੀ ਹੁੰਦੀ, ਜਿਗਿਆਸੂ ਹੁੰਦਾ, ਸਬੂਤਾਂ ਲਈ ਸਤਿਕਾਰ, ਪਰੀਖਣ ਦੀ ਰਿਪੋਰਟਿੰਗ ਪ੍ਰਤੀ ਇਮਾਨਦਾਰੀ। ਜੋ ਵਿਗਿਆਨਿਕ ਦ੍ਰਿਸ਼ਟੀਕੋਣ ਰੱਖਦਾ ਹੀ ਵਿਅਕਤੀ, ਉਹਦੇ ਲੱਛਣ ਹੈਗੇ ਉਦਾਰਚਿਤ। ਇੱਕ ਤਾਂ ਓਪਨ ਮਾਈਂਡਡ ਹੁੰਦਾ, ਪ੍ਰਗਤੀਸ਼ੀਲ ਹੁੰਦਾ, ਹਮੇਸ਼ਾ ਹੀ ਕੁਝ ਨਾ ਕੁਝ ਕਰਨ ਬਾਰੇ ਸੋਚਦਾ ਰਹਿੰਦਾ। ਬੌਧਿਕ ਇਮਾਨਦਾਰੀ ਹੁੰਦੀ ਉਸ ਦੇ ਅੰਦਰ, ਜਿਗਿਆਸੂ ਹੁੰਦਾ, ਕੁਝ ਵੀ ਨਵੀਂ ਚੀਜ਼ ਕਾਢ ਕਰਨ ਲਈ। ਸਬੂਤਾਂ ਲਈ ਸਤਿਕਾਰ ਹੁੰਦਾ ਉਸਦਾ, ਅਤੇ ਪਰੀਖਣ ਲਈ ਰਿਪੋਰਟਿੰਗ ਪ੍ਰਤੀ ਇਮਾਨਦਾਰੀ ਹੁੰਦੀ ਹੈ। ਥਰਡ ਪੁਆਇੰਟ ਵਿੱਚ ਆਪਾਂ ਗੱਲ ਕੀਤੀ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨ ਦਾ ਉਦੇਸ਼ ਹੈ ਇਸਦਾ। ਬੱਚੇ ਦੀ ਕੁਦਰਤੀ ਜਿਗਿਆਸਾ ਅਤੇ ਪੋਸ਼ਣ ਦਾ ਵਿਕਾਸ। ਮਨੁੱਖ ਸੁਭਾਵਿਕ ਤੌਰ 'ਤੇ ਜਿਗਿਆਸੂ ਹੈ। ਉਹ ਆਪਣੇ ਆਲੇ ਦੁਆਲੇ ਵਿੱਚ ਵਾਪਰਨੀਆਂ ਘਟਨਾਵਾਂ ਅਤੇ ਵਰਤਾਰਿਆਂ ਬਾਰੇ ਜਾਣਨਾ ਚਾਹੁੰਦਾ ਹੈ। ਬੱਚੇ ਸੁਭਾਵਿਕ ਤੌਰ 'ਤੇ ਜਿਗਿਆਸੂ ਹੁੰਦੇ ਹਨ। ਵਿਗਿਆਨ ਦੀ ਸਿੱਖਿਆ ਦੁਆਰਾ ਉਹਨਾਂ ਦੀ ਜਿਗਿਆਸਾ ਦਾ ਪੋਸ਼ਣ ਕੀਤਾ ਜਾ ਸਕਦਾ ਹੈ। ਉਹਨਾਂ ਦੇ ਇਸ ਸੁਭਾਅ ਨੂੰ ਵਿਗਿਆਨ ਦੀ ਸਿੱਖਿਆ ਲਈ ਵਰਤਿਆ ਜਾ ਸਕਦਾ। ਸੋ ਬੱਚਿਆਂ ਦੇ ਆਪਣੇ ਆਲੇ ਦੁਆਲੇ ਪ੍ਰਤੀ ਜਿਗਿਆਸਾ ਦਾ ਪੋਸ਼ਣ ਕਰਨਾ ਵੀ ਸਿੱਖਿਆ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਬੱਚੇ ਦੀ ਕੁਦਰਤੀ ਜਿਗਿਆਸਾ ਦੇ ਪੋਸ਼ਣ ਦਾ ਵਿਕਾਸ ਕਰਨਾ। ਕਹਿੰਦੇ ਮਨੁੱਖ ਸੁਭਾਵਿਕ ਤੌਰ 'ਤੇ ਜਿਗਿਆਸੂ ਹੁੰਦਾ ਹੈ। ਉਹ ਆਪਣੇ ਆਲੇ ਦੁਆਲੇ ਵਿੱਚ ਵਾਪਰਨੀਆਂ ਘਟਨਾਵਾਂ ਅਤੇ ਵਰਤਾਰਿਆਂ ਬਾਰੇ ਜਾਣਨਾ ਚਾਹੁੰਦਾ ਹੈ। ਬੱਚੇ ਸੁਭਾਵਿਕ ਤੌਰ 'ਤੇ ਜ਼ਿਆਦਾ ਜਿਗਿਆਸੂ ਹੁੰਦੇ ਹਨ। ਵਿਗਿਆਨ ਦੀ ਸਿੱਖਿਆ ਦੁਆਰਾ ਉਹਨਾਂ ਦੀ ਜਿਗਿਆਸਾ ਦਾ ਪੋਸ਼ਣ ਕੀਤਾ ਜਾ ਸਕਦਾ। ਉਹਨਾਂ ਦੇ ਇਸ ਸੁਭਾਅ ਨੂੰ ਵਿਗਿਆਨ ਦੀ ਸਿੱਖਿਆ ਲਈ ਵਰਤਿਆ ਜਾ ਸਕਦਾ। ਸੋ ਬੱਚਿਆਂ ਦੇ ਆਪਣੇ ਆਲੇ ਦੁਆਲੇ ਪ੍ਰਤੀ ਜਿਗਿਆਸਾ ਦਾ ਪੋਸ਼ਣ ਕਰਨਾ ਵਿਗਿਆਨ ਦੀ ਸਿੱਖਿਆ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਸਿਰਜਣਾਤਮਕ ਦਾ ਪੋਸ਼ਣ ਅਤੇ ਵਿਕਾਸ। ਸਿਰਜਣਾਤਮਕਤਾ ਤੋਂ ਭਾਵ ਹੈ ਵਸਤੂਆਂ ਨੂੰ ਵੱਖਰੇ ਵੱਖਰੇ ਢੰਗ ਨਾਲ ਦੇਖਣਾ ਜਾਂ ਕਰਨਾ। ਸਿਰਜਣਾਤਮਕਤਾ ਸਿਖਿਆਰਥੀਆਂ ਨੂੰ ਬਦਲਵੇਂ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਕ੍ਰੀਏਟੀਵਿਟੀ, ਕੋਈ ਵੀ ਕੰਮ ਨੂੰ ਆਪਾਂ ਹੀ ਅਲੱਗ-ਅਲੱਗ ਤਰੀਕੇ ਨਾਲ ਕਰਨਾ, ਉਸ ਨੂੰ ਸਿਰਜਣਾਤਮਕਤਾ ਕਿਹਾ ਜਾਂਦਾ ਹੈ। ਅਤੇ ਬੱਚੇ ਨੂੰ ਜੋ ਹੈ ਜਾਂ ਸਿਖਿਆਰਥੀ ਨੂੰ ਬਦਲਵੇਂ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਵਿਗਿਆਨ ਦੀ ਸਿੱਖਿਆ ਵਿਦਿਆਰਥੀ ਨੂੰ ਅਜਿਹੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀ ਹੈ ਜਿਨ੍ਹਾਂ ਵਿੱਚ ਉਹਨਾਂ ਦੀ ਸਿਰਜਣਾਤਮਕਤਾ ਦਾ ਵਿਕਾਸ ਅਤੇ ਪੋਸ਼ਣ
ਸੰਭਵ ਹੁੰਦਾ ਹੈ। 6ਵਾਂ ਪੁਆਇੰਟ ਜੀ, ਵਾਤਾਵਰਨ ਨੂੰ ਵਿਗਿਆਨ ਸਿੱਖਿਆ ਨਾਲ ਜੋੜਨਾ। ਸਿੱਖਿਆ ਨੂੰ ਬੱਚੇ ਦੇ ਵਾਤਾਵਰਨ ਨਾਲ ਜੋੜਨਾ ਸਿੱਖਿਆ ਸ਼ਾਸਤਰੀ ਲਈ ਬਹੁਤ ਮਹੱਤਵਪੂਰਨ ਮਸਲਾ ਹੈ। ਵਾਤਾਵਰਨ ਵਿੱਚ ਬੱਚੇ ਦਾ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਸ਼ਾਮਲ ਹੈ। ਵਿਗਿਆਨ ਦੀ ਸਿੱਖਿਆ ਮੁੱਖ ਤੌਰ 'ਤੇ ਵਾਤਾਵਰਨ ਨੂੰ ਸਮਝਣ ਨਾਲ ਹੀ ਸੰਬੰਧਿਤ ਹੈ। ਇਸ ਵਿੱਚ ਬੱਚੇ ਨੂੰ ਵਾਤਾਵਰਨ ਨਾਲ ਜੋੜਨ ਦੀਆਂ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ। ਵਿਗਿਆਨ ਦੇ ਪਾਠਕ੍ਰਮ ਵਿੱਚ ਵਾਤਾਵਰਨ ਨਾਲ ਜੁੜੇ ਮਸਲੇ ਜਿਵੇਂ ਹੀ ਵਾਤਾਵਰਨ ਵਿੱਚ ਬਦਲਾਅ, ਆਲਮੀ ਤਪਸ਼, ਤੇਜ਼ਾਬੀ ਵਰਖਾ ਅਤੇ ਪ੍ਰਦੂਸ਼ਣ ਆਦਿ ਨੂੰ ਢੁਕਵੀਂ ਥਾਂ ਉੱਤੇ ਉਪਰੋਕਤ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। 7 ਪੁਆਇੰਟ 'ਚ ਆਪਾਂ ਗੱਲ ਕਰਦੇ ਹਾਂ ਮਨੁੱਖੀ ਕਦਰਾਂ ਕੀਮਤਾਂ ਦਾ ਵਿਕਾਸ। ਮਨੁੱਖੀ ਕਦਰਾਂ ਕੀਮਤਾਂ ਦਾ ਵਿਕਾਸ ਵਿਗਿਆਨ ਦੀ ਸਿੱਖਿਆ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਵਿਗਿਆਨ ਦੀ ਸਿੱਖਿਆ ਬਹੁਤ ਸਾਰੇ ਅਜਿਹੇ ਮੌਕੇ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੁਆਰਾ ਵਿਦਿਆਰਥੀ ਵਿੱਚ ਮਨੁੱਖੀ ਅਧਿਕਾਰ, ਸਮਾਜਿਕ ਜ਼ਿੰਮੇਵਾਰੀ, ਬਰਾਬਰਤਾ, ਲੋਕਤੰਤਰ, ਸਹਿਣਸ਼ੀਲਤਾ, ਸੰਯੋਗ, ਇਮਾਨਦਾਰੀ, ਇਨਸਾਫ, ਸਬਰ, ਸੰਤੋਖ ਅਤੇ ਦ੍ਰਿੜਤਾ ਵਰਗੀਆਂ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਕਦਰਾਂ ਕੀਮਤਾਂ ਦੇ ਵਿਕਾਸ ਲਈ ਕਿਸੇ ਵੱਖਰੇ ਵਿਸ਼ਾ ਵਸਤੂ ਦੀ ਲੋੜ ਨਹੀਂ ਹੁੰਦੀ। ਇਸ ਨੂੰ ਵਿਗਿਆਨ ਦੇ ਵਿਸ਼ਾ ਵਸਤੂ ਨਾਲ ਸਹਿ ਸੰਬੰਧ ਕੀਤਾ ਜਾ ਸਕਦਾ ਹੈ। ਮਨੁੱਖੀ ਕਦਰਾਂ ਕੀਮਤਾਂ ਦੇ ਵਿਕਾਸ ਕਹਿੰਦੇ ਜੀ ਵਿਗਿਆਨ ਦੀ ਸਿੱਖਿਆ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਵਿਗਿਆਨ ਦੀ ਸਿੱਖਿਆ ਬਹੁਤ ਸਾਰੇ ਅਜਿਹੇ ਮੌਕੇ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੁਆਰਾ ਵਿਦਿਆਰਥੀ ਵਿੱਚ ਮਨੁੱਖੀ ਅਧਿਕਾਰ, ਸਮਾਜਿਕ ਜ਼ਿੰਮੇਵਾਰੀ, ਬਰਾਬਰਤਾ, ਲੋਕਤੰਤਰ, ਸਹਿਣਸ਼ੀਲਤਾ, ਸੰਯੋਗ, ਇਮਾਨਦਾਰੀ, ਇਨਸਾਫ, ਸਬਰ, ਸੰਤੋਖ ਅਤੇ ਦ੍ਰਿੜਤਾ ਵਰਗੀਆਂ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਕਦਰਾਂ ਕੀਮਤਾਂ ਦੇ ਵਿਕਾਸ ਲਈ ਕਿਸੇ ਵੱਖਰੇ ਵਿਸ਼ਾ ਵਸਤੂ ਦੀ ਲੋੜ ਨਹੀਂ ਹੁੰਦੀ। ਇਸ ਨੂੰ ਵਿਗਿਆਨ ਦੇ ਵਿਸ਼ਾ ਵਸਤੂ ਨਾਲ ਹੀ ਸਹਿ ਸੰਬੰਧ ਕੀਤਾ ਜਾ ਸਕਦਾ ਹੈ। ਸਮੱਸਿਆ ਸਮਾਧਾਨ ਹੁਨਰਾਂ ਦਾ ਵਿਕਾਸ। ਸਮੱਸਿਆ ਕੋਈ ਵੀ ਵਿਗਿਆਨ ਵਿੱਚ ਆਉਂਦੀ ਹੈ ਉਸ ਨੂੰ ਸਮਾਧਾਨ ਕਰਨ ਲਈ ਹੁਨਰਾਂ ਦਾ ਵਿਕਾਸ, ਜਿਵੇਂ ਹੁਣ ਕਰੋਨਾ ਸਮੱਸਿਆ ਚੱਲ ਰਹੀ ਹੈ, ਇਸ ਨੂੰ ਸਮਾਧਾਨ, ਇਸ ਦਾ ਹੱਲ ਕਰਨ ਲਈ, ਸੋਲਵ ਕਰਨ ਲਈ ਇਸ ਨੂੰ ਹਜੇ ਵੀ ਕਈ ਵਿਗਿਆਨੀ, ਬਹੁਤ ਸਾਰੇ ਦੇਸ਼ਾਂ ਦੇ ਵਿਗਿਆਨੀ ਲੱਗੇ ਹੋਏ ਨੇ ਲਗਾਤਾਰ। ਵਿਗਿਆਨ ਦੀ ਸਿੱਖਿਆ ਦੇ ਇੱਕ ਹੋਰ ਮਹੱਤਵਪੂਰਨ ਉਦੇਸ਼ ਸਿਖਿਆਰਥੀਆਂ ਵਿੱਚ ਅਜਿਹੇ ਹੁਨਰਾਂ ਦਾ ਵਿਕਾਸ ਕਰਨਾ ਹੈ ਜਿਨ੍ਹਾਂ ਦੀ ਵਰਤੋਂ ਦੁਆਰਾ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰ ਸਕਣ। ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਸਾਰੇ ਹੁਨਰਾਂ ਦੀ ਲੋੜ ਹੁੰਦੀ ਹੈ। ਵਿਗਿਆਨ ਦੀ ਸਿੱਖਿਆ ਸਿਖਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੁਆਰਾ ਉਹਨਾਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਨਰਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਵਿਗਿਆਨ ਸਿੱਖਿਆ ਦੇ ਮੂਲ ਉਦੇਸ਼ ਉਸ ਦੇ ਮਾਨਸਿਕ ਪੱਧਰ ਅਨੁਸਾਰ ਵਿਗਿਆਨਿਕ ਸਿਧਾਂਤਾਂ ਤੇ ਉਹਨਾਂ ਦੀ ਵਰਤੋਂ ਕਰਨ ਲਈ ਸਮਰੱਥਤਾ ਦਾ ਵਿਕਾਸ ਕਰਨਾ, ਉਹਨਾਂ ਹੁਨਰਾਂ, ਵਿਧੀ ਅਤੇ ਪ੍ਰਕਿਰਿਆਵਾਂ ਬਾਰੇ ਸਮਝ ਦਾ ਵਿਕਾਸ ਕਰਨਾ ਜਿਨ੍ਹਾਂ ਰਾਹੀਂ ਵਿਗਿਆਨਿਕ ਗਿਆਨ ਦੇ ਜਨਮ ਅਤੇ ਵਿਵਹਾਰਕਤਾ ਸਥਾਪਿਤ ਹੁੰਦੀ ਹੈ। ਵਿਗਿਆਨ ਨੂੰ ਸਮਾਜਿਕ ਉੱਦਮ ਸਮਝਣਾ ਅਤੇ ਉਹਨਾਂ ਦੇ ਇਤਿਹਾਸ ਅਤੇ ਵਿਕਾਸ ਦੇ ਪੜਾਅ ਦੀ ਜਾਣਕਾਰੀ ਦੇਣਾ। ਵਿਗਿਆਨ ਤਕਨੀਕੀ ਅਤੇ ਸਮਾਜ ਦੇ ਆਪਸੀ ਸੰਬੰਧ ਨੂੰ ਸਮਝਦੇ ਹੋਏ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਦਾ ਵਿਕਾਸ ਕਰਨਾ। ਗਿਆਨ ਅਤੇ ਉਪਯੋਗਤਾਵਾਂ ਵਿੱਚ ਕੁਸ਼ਲਤਾ ਦਾ ਵਿਕਾਸ ਕਰਨਾ। ਕੁਦਰਤੀ ਜਗਿਆਸਾ, ਰਚਨਾਤਮਕਤਾ, ਸੁੰਦਰਾਤਮਕ ਕੀਮਤਾਂ ਨੂੰ ਪ੍ਰੋਤਸਾਹਿਤ ਕਰਨਾ। ਸੱਚਾਈ, ਇਮਾਨਦਾਰੀ, ਸੁੰਦਰਤਾ ਦੇ ਧਾਰਨਾਵਾਂ ਦਾ ਵਿਕਾਸ ਕਰਨਾ ਅਤੇ ਕੁਦਰਤ ਦੀ ਸਾਂਭ ਸੰਭਾਲ ਪ੍ਰਤੀ ਸੰਵੇਦਨਸ਼ੀਲਤਾ ਬਣਾਉਣਾ। ਵਿਗਿਆਨਿਕ ਦ੍ਰਿਸ਼ਟੀਕੋਣ, ਧਾਰਨਾਤਮਕ ਸੋਚ, ਖੁੱਲ੍ਹ ਖਿਆਲੀ, ਸੰਯੋਗ ਅਤੇ ਡਰ ਤੋਂ ਆਜ਼ਾਦੀ ਦਾ ਵਿਕਾਸ ਕਰਨਾ। ਇਹ ਅੱਜ ਦੀ ਆਪਣੀ ਕਲਾਸ ਹੀ ਇੱਥੇ ਖਤਮ ਹੁੰਦੀ ਹੈ। ਇੱਕ ਵਾਰੀ ਫਿਰ ਥੋੜ੍ਹਾ ਜਿਹਾ ਰਿਵੀਜ਼ਨ ਦੇਖ ਲਓ ਤੁਸੀਂ ਕੀ ਕੀਤਾ ਅੱਜ ਆਪਾਂ। ਵਿਗਿਆਨ ਪੜ੍ਹਾਉਣ ਦੇ ਉਦੇਸ਼ ਕੀ ਹਨ? ਕਹਿੰਦੇ ਸਿੱਖਿਆ 3 ਪੱਖੀ ਅਮਲ ਹੈ। ਇਹ 3 ਪੱਖੀ ਸਿਖਿਆਰਥੀ ਵਾਤਾਵਰਨ ਦੇ ਉਦੇਸ਼ ਹਨ। ਇਸ ਤੋਂ ਬਾਅਦ ਆਪਾਂ ਇਹਦੀ ਇੱਕ ਦੀ ਡੈਫੀਨੇਸ਼ਨ ਕੀਤੀ ਅਤੇ ਫਿਰ ਆਪਾਂ ਇਹਦੇ ਪੁਆਇੰਟ ਕੀਤੇ ਜੋ ਹਨ। ਗਿਆਨ ਪਹਿਲਾ, ਵਿਗਿਆਨ ਨਾਲ ਆਪਾਂ ਨੂੰ ਗਿਆਨ ਮਿਲਦਾ ਹੈ। ਪ੍ਰਕਿਰਿਆ ਹੁਨਰਾਂ ਦਾ ਵਿਕਾਸ ਹੁੰਦਾ ਹੈ ਵਿਗਿਆਨ ਨਾਲ। ਉਦੇਸ਼ ਹੈ ਇਸ ਦਾ ਵਿਕਾਸ ਕਰਨਾ, ਪਰੀਖਣ ਕਰਨਾ, ਵਰਗੀਕਰਨ, ਪ੍ਰਕਲਪ ਬਣਾਉਣਾ, ਪ੍ਰਸ਼ਨ ਉਠਾਉਣਾ, ਵਿਸ਼ਲੇਸ਼ਣ ਕਰਨਾ, ਸਿੱਟੇ ਕੱਢਣਾ। ਫਿਰ ਇਸ ਤੋਂ ਬਾਅਦ 3rd ਪੁਆਇੰਟ 'ਚ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ। ਵਿਗਿਆਨਿਕ ਦ੍ਰਿਸ਼ਟੀਕੋਣ ਜੋ ਹੁੰਦਾ ਹੈ ਉਸ ਦਾ ਵਿਕਾਸ ਕਰਨਾ। ਉਦਾਰਚਿਤ, ਪ੍ਰਗਤੀਸ਼ੀਲ ਮਨੁੱਖ ਨੂੰ ਬਣਾਉਣਾ, ਜਗਿਆਸੂ ਬਣਾਉਣਾ, ਨਿਰਪੱਖਤਾ, ਦ੍ਰਿੜਤਾ, ਸੰਦੇਹਵਾਦੀ। ਬੱਚੇ ਦੀ ਕੁਦਰਤੀ ਜਗਿਆਸਾ ਅਤੇ ਪੋਸ਼ਣ ਦਾ ਵਿਕਾਸ ਕਰਨਾ। ਬੱਚੇ ਵਿੱਚ ਜੋ ਕੁਦਰਤੀ ਜਗਿਆਸਾ ਹੁੰਦੀ ਹੈ ਉਸ ਦਾ ਵਿਕਾਸ ਕਰਨਾ ਹੀ। ਸਿਰਜਣਾਤਮਕਤਾ ਦਾ ਪੋਸ਼ਣ ਕਰਨਾ, ਕ੍ਰੀਏਟੀਵਿਟੀ, ਜੋ ਨਵੇਂ ਢੰਗ ਜਾਂ ਕੋਈ ਵੀ ਚੀਜ਼ ਨੂੰ ਨਵੇਂ ਤਰੀਕੇ ਨਾਲ ਕਰਨ ਦਾ ਜੋ ਵੇ ਹੁੰਦਾ ਉਸ ਨੂੰ ਕਰਨਾ ਹੀ। ਵਾਤਾਵਰਨ ਨੂੰ ਵਿਗਿਆਨ ਨਾਲ ਸਿੱਖਿਆ ਨਾਲ ਜੋੜਨਾ। ਵਾਤਾਵਰਨ ਜੋ ਹੈ ਉਸ ਨੂੰ ਵਿਗਿਆਨਿਕ ਸਿੱਖਿਆ ਨਾਲ ਜੋੜਨਾ। ਤੇਜ਼ਾਬੀ ਵਰਖਾ ਜਾਂ ਪ੍ਰਦੂਸ਼ਣ ਹੈ ਇਸ ਬਾਰੇ ਦੱਸਣਾ। ਮਨੁੱਖੀ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ। ਮਨੁੱਖੀ ਕਦਰਾਂ ਕੀਮਤਾਂ ਜੋ ਹੁੰਦੀ ਲੋਕਤੰਤਰ, ਬਰਾਬਰਤਾ, ਸੰਯੋਗ, ਇਮਾਨਦਾਰੀ, ਇਸ ਦਾ ਵਿਕਾਸ ਕਰਨਾ। ਸਮੱਸਿਆ ਸਮਾਧਾਨ ਹੁਨਰਾਂ ਦਾ ਵਿਕਾਸ ਕਰਨਾ। ਜੋ ਵੀ ਸਮੱਸਿਆ ਹੈ ਉਹਨਾਂ ਨੂੰ ਸਮਾਧਾਨ ਕਰਨ ਲਈ ਜੋ ਹੁਨਰ ਹੈ ਉਹਨਾਂ ਦਾ ਵਿਕਾਸ ਕਰਨਾ। ਇਹ ਇਸ ਦੇ 8 ਉਦੇਸ਼ ਹਨ। ਇਸ ਤੋਂ ਬਾਅਦ ਕੁਝ ਹੋਰ ਜੋ ਉਦੇਸ਼ ਹਨ ਉਹਨਾਂ ਬਾਰੇ ਦੱਸਿਆ ਸੀ। ਇਹ ਆਪਣੀ 4th ਕਲਾਸ ਇੱਥੇ ਖਤਮ ਹੁੰਦੀ ਹੈ। ਇਸ ਤੋਂ ਪਹਿਲਾਂ ਆਪਣੀਆਂ 3 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ। ਅਤੇ ਅਗਲੀ ਕਲਾਸ ਵਿੱਚ ਆਪਾਂ ਇਹ ਕਲਾਸਾਂ ਲਗਾਤਾਰ ਚੱਲਦੀਆਂ ਰਹਿਣਗੀਆਂ। ਚੈਨਲ ਨੂੰ ਸਬਸਕ੍ਰਾਈਬ ਕਰ ਲਓ,
ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਜੀ। ਥੈਂਕ ਯੂ ਜੀ।